Learn today for better tomorrow with the team Learning Curve. Hello students, hope you all are fine and I am Simranjit Kaur. I am here to teach you English vocabulary. ਆਪਾਂ ਇੰਗਲਿਸ਼ ਵੋਕੈਬਲਰੀ ਦੇ 4 ਪਾਰਟ ਕਰ ਚੁੱਕੇ ਹਾਂ। ਜੇ ਤੁਸੀਂ ਨਹੀਂ ਦੇਖੇ ਤਾਂ ਤੁਸੀਂ 4 ਪਾਰਟ ਜ਼ਰੂਰ ਦੇਖ ਲੈਣਾ ਤੇ ਅੱਜ ਆਪਾਂ ਨੈਕਸਟ ਵਰਡਸ ਕਰਾਂਗੇ। ਆਪ ਤੁਹਾਨੂੰ ਤਾਂ ਪਤਾ ਹੀ ਹੈ ਕਿ ਆਪਾਂ ਹਰ ਪਾਰਟ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਵਰਡਸ ਕੀਤੇ ਹੁੰਦੇ ਆ ਉਹਨਾਂ ਦੀ ਰਿਵੀਜ਼ਨ ਕਰਦੇ ਹਾਂ ਐਂਡ ਦੈਨ ਅੱਗੇ ਜਾਂਦੇ ਹਾਂ, ਅਗਲੇ ਵਰਡਸ ਕਰਦੇ ਹਾਂ, ਨਿਊ ਵਰਡਸ। ਓਕੇ, ਆਪਾਂ ਲਾਸਟ ਵੀਡੀਓ ਦੇ ਕੁਝ ਵਰਡਸ ਕੀਤੇ ਸੀ, ਆਪਾਂ ਜਲਦੀ ਉਹਨਾਂ ਦੀ ਰਿਵੀਜ਼ਨ ਕਰ ਲੈਂਦੇ ਹਾਂ, ਫਿਰ ਆਪਾਂ ਅਗਲੇ ਵਰਡਸ ਦੇ ਵਿੱਚ ਜਾਵਾਂਗੇ। ਠੀਕ ਹੈ, ਆਪਣਾ ਫਰਸਟ ਵਰਡ ਕੀ ਸੀ? ਐਡਵਰਸ। ਐਡਵਰਸ ਰਿਵਰਸ ਦੀ ਤਰ੍ਹਾਂ ਸਾਊਂਡ ਕਰ ਰਿਹਾ ਸੀਗਾ ਅਤੇ ਮੈਂ ਤੁਹਾਨੂੰ ਇਹਦੇ ਵਿੱਚ ਇਹਨੂੰ ਰਿਵਰਸ ਦੀ ਤਰ੍ਹਾਂ ਸਾਊਂਡ ਕਰ ਰਹੀ ਸੀ। ਰਿਵਰਸ ਦੇ ਉੱਤੇ ਮੈਂ ਤੁਹਾਨੂੰ ਸੈਂਟੈਂਸ ਬਣਵਾਇਆ ਸੀ, ਇਫ ਯੂ ਐਕਸਪੈਰੀਮੈਂਟ ਗੋਨ ਇਨਟੂ ਏ ਰਿਵਰਸ ਡਾਇਰੈਕਸ਼ਨ ਦੈਨ ਇਟ ਵਿਲ ਬੀ ਅਨਫੇਵਰੇਬਲ ਫॉर ਯੂ। ਠੀਕ ਹੈ, ਨੈਕਸਟ ਵਰਡ ਸੀ ਆਫਟਰ ਮੈਥ। ਆਫਟਰ ਮੈਥ ਤੁਹਾਨੂੰ ਮੈਂ ਦੱਸਿਆ ਸੀ ਕਿਸੇ ਦੁਖਦਾਈ ਘਟਨਾ ਤੋਂ ਬਾਅਦ ਦਾ ਸਮੇਂ, ਮਤਲਬ ਦ ਪੀਰੀਅਡ ਵਿਚ ਫੋਲੋ ਅਨਡਿਜ਼ਾਇਰਡ ਇਵੈਂਟ। ਮਤਲਬ ਮੈਥਸ ਦੇ ਪੇਪਰ ਤੋਂ ਬਾਅਦ ਬੱਚੇ ਅਗਰ ਤੁਸੀਂ ਕਿਸੇ ਬੱਚੇ ਨੂੰ ਪੁੱਛੋ ਕਿ ਕਿਵੇਂ ਦਾ ਮਤਲਬ ਤੁਹਾਡਾ ਪੇਪਰ ਹੋਇਆ ਦੈਨ ਇਟ ਵਿਲ ਬੀ ਆਫਟਰ ਮੈਥ ਫॉर ਦੈਮ। ਠੀਕ ਹੈ, ਇਹਦੇ ਉੱਤੇ ਵੀ ਮੈਂ ਤੁਹਾਨੂੰ ਸੈਂਟੈਂਸ ਬਣਾਇਆ ਸੀਗਾ। ਨੈਕਸਟ ਵਰਡ ਹੈ ਐਗਹੌਸਟ। ਇਹਦਾ ਮਤਲਬ ਕੀ ਸੀਗਾ? ਸਡਨ ਫੀਲਿੰਗ ਆਫ ਸ਼ੌਕ ਐਂਡ ਵਰੀ। ਇਹਦੇ ਉੱਤੇ ਮੈਂ ਤੁਹਾਨੂੰ ਸੈਂਟੈਂਸ ਬਣਾਇਆ ਸੀ, ਇਹਨੂੰ ਆ ਪਲਸ ਘੋਸਟ ਦੇ ਵਿੱਚ ਆਪਾਂ ਤੋੜਿਆ ਸੀ। ਇਫ ਯੂ ਸਾ ਏ ਘੋਸਟ ਸਡਨਲੀ ਦੈਨ ਇਟ ਵਿਲ ਬੀ ਏ ਸ਼ੌਕਿੰਗ ਫॉर ਯੂ। ਠੀਕ ਹੈ, ਨੈਕਸਟ ਆਪਣਾ ਵਰਡ ਸੀ ਐਮਾਏਬਲ। ਅਮਾਏਬਲ ਦਾ ਮੀਨਿੰਗ ਕੀ ਹੁੰਦਾ ਹੈ? ਪਲੀਜ਼ੈਂਟ ਐਂਡ ਫਰੈਂਡਲੀ। ਇਹਦੇ ਵਿੱਚ ਮੈਂ ਤੁਹਾਨੂੰ ਸੈਂਟੈਂਸ ਬਣਾਇਆ ਸੀ, ਐਮ ਆਈ ਏਬਲ ਟੂ ਬੀ ਯਰ ਫਰੈਂਡ। ਅਗਰ ਕੋਈ ਪਰਸਨ ਕਹਿੰਦਾ ਹੈ ਕਿ ਐਮ ਆਈ ਏਬਲ ਟੂ ਯਰ ਫਰੈਂਡ, ਤਾਂ ਉਹਦੀ ਮਤਲਬ ਇੱਕ ਫਰੈਂਡਲੀ ਬਿਹੇਵੀਅਰ ਆਪਣਾ ਸ਼ੋ ਕਰ ਰਿਹਾ, ਅਤੇ ਇਹਦਾ ਮਤਲਬ ਕੀ ਸੀ? ਪਲੀਜ਼ੈਂਟ ਐਂਡ ਫਰੈਂਡਲੀ ਬਿਹੇਵੀਅਰ। ਓਕੇ, ਨੈਕਸਟ ਆਪਣਾ ਵਰਡ ਸੀ ਏਜਾਈਲ। ਇਹਦਾ ਮਤਲਬ ਕੀ ਸੀ? ਇਹਨੂੰ ਆਪਾਂ ਕਿੱਦਾਂ ਤੋੜਿਆ ਸੀ? ਏਜ ਪਲਸ ਲੋ, ਏਬਲ ਟੂ ਮੂਵ ਯੂਰ ਬੋਡੀ ਕੁਇਕਲੀ। ਤਾਂ ਇਹਦੇ 'ਤੇ ਆਪਾਂ ਸੈਂਟੈਂਸ ਬਣਾਇਆ ਸੀ, ਇਫ ਯੂਰ ਏਜ ਇਜ਼ ਲੋ ਦੈਨ ਯੂ ਵਿਲ ਬੀ ਏਬਲ ਟੂ ਮੂਵ ਯੂਰ ਬੋਡੀ ਕੁਇਕਲੀ। ਓਕੇ, ਨੈਕਸਟ ਆਪਣਾ ਵਰਡ ਹੈ ਅਗੋਨੀ। ਇਹਦੇ ਵਿੱਚ ਆਪਾਂ ਕੀ ਕੀਤਾ ਸੀ? ਇਹਨੂੰ ਅਗਨੀ ਦੀ ਤਰ੍ਹਾਂ ਸਾਊਂਡ ਕਰ ਰਿਹਾ, ਤਾਂ ਇਸ ਕਰਕੇ ਆਪਾਂ ਫਾਇਰ ਦੀ ਤਰ੍ਹਾਂ, ਤਾਂ ਇਹਦੇ ਉੱਤੇ ਆਪਾਂ ਸੈਂਟੈਂਸ ਬਣਾਇਆ ਸੀ, ਇਫ ਯੂ ਜੰਪ ਇਨ ਅ ਫਾਇਰ ਦੈਨ ਯੂ ਵਿਲ ਸਫਰ ਅ ਲੋਟ। ਐਕਸਟ੍ਰੀਮ ਸਫਰਿੰਗ ਇਹਦਾ ਮੀਨਿੰਗ ਹੈ। ਠੀਕ ਹੈ, ਨੈਕਸਟ ਆਪਣਾ ਵਰਡ ਹੈ ਐਸਲ। ਐਸਲ ਮੈਂ ਤੁਹਾਨੂੰ ਕਿਵੇਂ ਕਰਵਾਇਆ ਸੀਗਾ ਕਿ ਦੋ ਫਰੈਂਡਸ ਜਾ ਰਹੇ ਸੀਗੇ, ਉਹਨੇ ਮਤਲਬ ਦੂਸਰੇ ਫਰੈਂਡ ਨੇ ਉਹਨੂੰ ਕਿਹਾ ਕਿ ਐਸੇ ਲਈ ਇਹ ਸ਼ਾਰਟਕਟ ਹੈ। ਠੀਕ ਹੈ, ਮਤਲਬ ਕੋਈ ਐਵੇਂ ਦਾ ਸਪੇਸ ਜਿਹੜੀ ਸ਼ਾਰਟਕਟ ਹੋਵੇ, ਜਾਂ ਫਿਰ ਆਪਾਂ ਦੇਖਦੇ ਹਾਂ ਸਿਨੇਮਾਸ ਦੇ ਵਿੱਚ ਜਿਹੜੀ ਵਿਚਕਾਰ ਸਪੇਸ ਬਣੀ ਹੁੰਦੀ ਹੈ, ਦੋ ਚੇਅਰਸ ਲੱਗੀਆਂ ਹੁੰਦੀਆਂ ਦੋ ਸਾਈਡ 'ਤੇ। ਠੀਕ ਹੈ, ਤਾਂ ਉੱਥੇ ਲੌਂਗ ਸਪੇਸ ਬਿਟਵੀਨ ਦ 2 rows ਆਫ ਸੀਟਸ, ਜਿਹੜੀ ਵਿੱਚ ਸਪੇਸ ਹੁੰਦੀ ਹੈ ਉਹਨੂੰ ਐਸਲ ਕਹਿੰਦੇ ਆ। ਨੈਕਸਟ ਆਪਣਾ ਵਰਡ ਹੈ ਐਂਜਸ, ANGST। ਠੀਕ ਹੈ, ਇਹਦਾ ਮਤਲਬ ਕੀ ਸੀ? ਗ੍ਰੇਟ ਐਨਜ਼ਾਈਟੀ। ਗ੍ਰੇਟ ਐਨਜ਼ਾਈਟੀ ਇਹਦਾ ਮੀਨਿੰਗ ਹੈ। ਠੀਕ ਹੈ, ਇਹਦੇ 'ਤੇ ਆਪਾਂ ਸੈਂਟੈਂਸ ਬਣਾਇਆ ਸੀਗਾ ਕਿ ਪੋਲੀਟੀਕਲ ਪਾਰਟੀਜ਼ ਆਰ ਸ਼ੋਇੰਗ ਗ੍ਰੇਟ ਐਨਜ਼ਾਈਟੀ ਔਨ GST ਦੇ ਟੌਪਿਕ ਦੇ ਉੱਤੇ ਗ੍ਰੇਟ ਐਨਜ਼ਾਈਟੀ ਸ਼ੋ ਕਰ ਰਹੇ ਨੇ। ਨੈਕਸਟ ਆਪਣਾ ਵਰਡ ਹੈ ਅਮੈਨੇਬਲ। ਅਮੈਨੇਬਲ ਮੈਂ ਤੁਹਾਨੂੰ ਕੀ ਕਿਹਾ ਸੀ? ਵਿਲਿੰਗ ਟੂ ਅਸੈਪਟ ਅ ਸੁਜੈਸ਼ਨ। ਐ ਮੈਨ ਇਜ਼ ਏਬਲ ਟੂ ਸਕਸੀਡ ਇਫ ਹੀ ਇਜ਼ ਵਿਲਿੰਗ ਟੂ ਅਸੈਪਟ ਅ ਸੁਜੈਸ਼ਨ। ਉਹੀ ਮੈਨ ਸਕਸੀਡ ਹੁੰਦਾ, ਸਕਸੈਸ ਮਿਲਦੀ ਉਹਨੂੰ ਜਿਹੜਾ ਕਿਸੇ ਦੀ ਸੁਜੈਸ਼ਨ ਨੂੰ ਮੰਨਦਾ। ਠੀਕ ਹੈ, ਮਤਲਬ ਉਹਦੇ ਵਿੱਚ ਕੁਆਲਿਟੀ ਹੁੰਦੀ ਹੈ ਕਿ ਕਿਸੇ ਦੀ ਅੱਛੀ ਸਲਾਹ ਨੂੰ ਉਹ ਮੰਨੇ। ਉਹ ਤੁਹਾਨੂੰ ਮੈਂ ਸੈਂਟੈਂਸ ਬਣਾਇਆ ਸੀ, ਮਤਲਬ ਕੀ ਸੀ? ਅਮੈਨੇਬਲ, ਵਿਲਿੰਗ ਟੂ ਅਸੈਪਟ ਅ ਸੁਜੈਸ਼ਨ। ਨੈਕਸਟ ਆਪਣਾ ਵਰਡ ਹੈ ਐਲਕੇਮਿਸਟ। ਐਲਕੇਮਿਸਟ ਦੇ ਵਿੱਚ ਆਪਾਂ ਕੀ ਕੀਤਾ ਸੀ? ਇਹਨੂੰ ਆਪਾਂ ਤੋੜ ਦਿੱਤਾ ਸੀ, A ਪਲਸ ਕੈਮਿਸਟ। ਕੈਮਿਸਟ ਵਨ ਹੂ ਇਜ਼ ਟਰਾਈਂਗ ਟੂ ਟਰਨ ਵਨ ਬੇਸ ਮੈਟਲ ਇਨਟੂ ਅ ਡਸਟ। AL ਪਲਸ ਕੈਮਿਸਟ ਦੇ ਵਿੱਚ ਤੋੜਿਆ ਸੀ। AL ਨੂੰ ਆਪਾਂ ਐਲੂਮੀਨੀਅਮ ਦੀ ਤਰ੍ਹਾਂ ਲਿਖਿਆ ਸੀ ਕਿ ਇਹ ਕੈਮਿਸਟ ਇਜ਼ ਟਰਾਈਂਗ ਟੂ ਚੇਂਜ ਐਲੂਮੀਨੀਅਮ ਬੇਸ ਮੈਟਲ ਇਨਟੂ ਗੋਲਡ। ਠੀਕ ਹੈ, ਨੈਕਸਟ ਆਪਣਾ ਵਰਡ ਹੈ ਐਲੀਮਨੀ। ਐਲੀਮਨੀ ਕੀ ਸੀ? ਆਪਾਂ ਮਨੀ ਗਿਵਨ ਟੂ ਅ ਵਾਈਫ ਆਫਟਰ ਮੈਰਿਜ। ਮਤਲਬ ਡਿਵੋਰਸ ਤੋਂ ਬਾਅਦ ਕੋਈ ਹਸਬੈਂਡ ਆਪਣੀ ਵਾਈਫ ਨੂੰ ਮਨੀ ਦਿੰਦਾ ਤਾਂ ਉਹਨੂੰ ਕੀ ਕਹਿੰਦੇ ਆ? ਐਲੀਮਨੀ। ਠੀਕ ਹੈ, ਐਲੀਮਨੀ ਹੁਣ ਆਪਾਂ ਕੀ ਕਹਿੰਦੇ ਇਹਦੇ 'ਤੇ ਸੈਂਟੈਂਸ ਬਣਾਇਆ ਸੀ, ਅਲੀ ਪਲਸ ਮਨੀ। ਅਲੀ ਗਿਵਸ ਮਨੀ ਟੂ ਹਿਜ਼ ਐਕਸ ਵਾਈਫ ਆਫਟਰ ਡਿਵੋਰਸ। ਮਤਲਬ ਅਲੀ ਡਿਵੋਰਸ ਤੋਂ ਬਾਅਦ ਆਪਣੀ ਵਾਈਫ ਨੂੰ ਜਿਹੜੀ ਮਨੀ ਦਿੰਦਾ ਉਹਨੂੰ ਕੀ ਕਹਿੰਦੇ ਆ? ਐਲੀਮਨੀ। ਨੈਕਸਟ ਆਪਣਾ ਵਰਡ ਸੀ ਆਲਟਰ। ਆਲਟਰ ਆਪਾਂ ALTER, ਇਹਦੇ ਨਾਲ ਆਪਾਂ ਇਹਨੂੰ ਰੈਫਰ ਕੀਤਾ ਸੀ। ਨਾਲੇ ਐਲਟਰ ਦਾ ਮਤਲਬ ALTER, ਔਰ ਉਹ ਵਾਲੇ ਐਲਟਰ ਦਾ ਮਤਲਬ ਕੀ ਹੁੰਦਾ? ਬਦਲਣਾ। ਮਤਲਬ ਬਦਲ ਸਿਰਫ ਭਗਵਾਨ ਸਕਦਾ। ਆਲਟਰ ਮੀਨਸ ਐਵਰੀਥਿੰਗ ਬਿਲੋਂਗਸ ਟੂ ਗੋਡ, ਮਤਲਬ ਸਿਰਫ ਭਗਵਾਨ ਬਦਲ ਸਕਦਾ। ਅਤੇ ਇੱਥੇ ਹੀ ਆਪਾਂ ਨੂੰ ਗੋਡ ਤੋਂ ਜਿਹੜਾ ਯਾਦ ਆ ਜਾਏਗਾ। ਆਫਰਿੰਗ ਆਰ ਪੁੱਟ ਇਨ ਰਿਲੀਜੀਅਸ ਪਲੇਸ। ਜਿਹੜੀ ਆਫਰਿੰਗ ਜਿਹੜੀ ਆਪਾਂ ਰਿਲੀਜੀਅਸ ਪਲੇਸ ਦੇ ਵਿੱਚ ਦਿੰਦੇ ਆ ਉਹਨੂੰ ਕੀ ਕਹਿੰਦੇ ਆ? ALTER, ਆਲਟਰ। ਠੀਕ ਹੈ, ਇੱਥੋਂ ਯਾਦ ਕਰਨਾ। ਓਕੇ, ਨੈਕਸਟ ਆਪਣਾ ਵਰਡ ਹੈ ਆਲਟਰਕੇਸ਼ਨ। ਆਲਟਰਕੇਸ਼ਨ ਨੂੰ ਯਾਦ ਕਰਨ ਲਈ ਆਪਾਂ ਕੀ ਕੀਤਾ ਸੀ? ਆਲਟਰ ਪਲਸ ਕੇਸ਼ਨ ਨੂੰ ਆਪਾਂ ਕੇਕ ਦੀ ਤਰ੍ਹਾਂ ਲਿਖ ਲਿਆ ਸੀਗਾ ਕਿ ਇਫ ਯੂਰ ਕੇਕ ਆਰ ਆਲਟਰ ਔਨ ਯੂਰ ਬਰਥਡੇ ਦੈਨ ਯੂ ਵਿਲ ਹੈਵ ਆਰਗੂਮੈਂਟਸ ਵਿਦ ਦ ਓਨਰ ਆਫ ਦ ਬੇਕਰੀ। ਠੀਕ ਹੈ, ਅਲਾਊਡ ਆਰਗੂਮੈਂਟ ਮਤਲਬ ਲੜਾਈ ਝਗੜਾ ਹੋ ਜਾਣਾ, ਮਤਲਬ ਕਹਾ ਸੁਣੀ ਦੋ ਬੰਦਿਆਂ ਦੇ ਵਿੱਚ ਹੋ ਜਾਣੀ, ਉਹਦਾ ਮਤਲਬ ਕੀ ਸੀ? ਆਲਟਰਕੇਸ਼ਨ। ਓਕੇ,
ਨੈਕਸਟ ਆਪਣਾ ਵਰਡ ਹੈ ਐਂਬੀਜੀਅਸ। ਐਂਬੀਜੀਅਸ ਨੂੰ ਆਪਾਂ ਕਿਵੇਂ ਕੀਤਾ ਸੀਗਾ, ਐਂਬੀ ਪਲਸ ਗੈਸ। ਇਫ ਟੂ ਪੀਪਲ ਗੈਸ ਔਨ ਸਮਥਿੰਗ ਦੈਨ ਮਤਲਬ ਦੋਨਾਂ ਦੇ ਆਨਸਰਸ ਜਿਹੜੇ ਵੱਖਰੇ ਵੱਖਰੇ ਹੁੰਦੇ ਆ, ਹੈਵਿੰਗ ਮੋਰ ਦੈਨ ਵਨ ਪੋਸੀਬਲ ਮੀਨਿੰਗ, ਮਤਲਬ ਦੋ ਚੀਜ਼ਾਂ ਦੇ ਮੀਨਿੰਗ ਨਿਕਲਦੇ ਆ, ਤਾਂ ਉਹਦਾ ਮਤਲਬ ਕੀ ਸੀ, ਐਂਬੀਜੀਅਸ। ਓਕੇ, ਤੁਹਾਨੂੰ ਇਹ ਵਰਡਸ ਯਾਦ ਹੋ ਗਏ ਹੋਣੇ ਆ, ਠੀਕ ਹੈ। ਆਪਾਂ ਲਾਸਟ ਵੀਡੀਓ ਦੇ ਵਿੱਚ ਇਹਨੂੰ ਆਪਾਂ ਬੜੇ ਮਤਲਬ ਐਕਸਪਲੇਨੇਸ਼ਨ ਦੇ ਨਾਲ ਕੀਤਾ ਸੀ, ਗੁੱਡ ਐਕਸਪਲੇਨੇਸ਼ਨ ਦੇ ਨਾਲ, ਤੇ ਤੁਸੀਂ ਉਹ ਪਾਰਟ ਜ਼ਰੂਰ ਦੇਖਿਓ, ਤਾਂ ਹੀ ਤੁਹਾਨੂੰ ਇਹ ਸਾਰੇ ਵਰਡਸ ਨੇ ਜਲਦੀ ਤੋਂ ਜਲਦੀ ਮਤਲਬ ਅੱਛੇ ਤਰੀਕੇ ਨਾਲ ਕਲੀਅਰ ਹੋ ਜਾਣਗੇ, ਠੀਕ ਹੈ। ਹੁਣ ਆਪਾਂ ਆਪਣੇ ਅੱਗੇ ਵਰਡ ਕਰਦੇ ਹਾਂ। ਲਾਸਟ ਵੀਡੀਓ ਦੇ ਵਿੱਚ ਮਤਲਬ ਇੱਕ ਬੱਚੇ ਨੇ ਵੀ ਜਿਹੜਾ ਐਬਸਟ੍ਰਿਊ ਵਰਡ ਤੁਹਾਨੂੰ ਮੈਂ ਕਰਵਾਇਆ ਸੀਗਾ, ਮਤਲਬ ਪਾਰਟ 3 ਦੇ ਵਿੱਚ ਸ਼ਾਇਦ ਕਰਵਾਇਆ ਸੀ, ਉਸ ਵੀਡੀਓ ਦੇ ਉੱਤੇ ਵੀ ਉਸ ਬੱਚੇ ਨੇ ਸੈਂਟੈਂਸ ਫਾਰਮ ਕੀਤਾ ਸੀ, ਬਹੁਤ ਅੱਛਾ, ਵੈਰੀ ਗੁੱਡ। ਇਸੇ ਤਰ੍ਹਾਂ ਤੁਸੀਂ ਸੈਂਟੈਂਸ ਯੂਜ਼ ਕਰਕੇ ਸੈਂਟੈਂਸ ਬਣਾਇਆ ਕਰੋ ਇਹਨਾਂ ਵਰਡਸ ਦੇ ਉੱਤੇ, ਤੇ ਕਮੈਂਟ ਬਾਕਸ ਵਿੱਚ ਦਿਆ ਕਰੋ, ਮੈਂ ਜ਼ਰੂਰ ਦੇਖਿਆ ਕਰਾਂਗੀ ਕਿ ਕਿਹੜੇ ਬੱਚੇ ਨੇ ਬਣਾਇਆ, ਠੀਕ ਹੈ। ਚਮਨਪ੍ਰੀਤ ਸਿੰਘ, ਵੈਰੀ ਗੁੱਡ। ਇੱਦਾਂ ਹੀ ਤੁਸੀਂ ਜਾਣਾ ਅੱਗੇ, ਠੀਕ ਹੈ। ਸਾਰੇ ਬੱਚਿਆਂ ਨੇ ਇੱਦਾਂ ਹੀ ਸਕਸੈਸ ਮਿਲਦੀ ਹੈ ਜਦੋਂ ਆਪਾਂ ਇਹ ਜਿਹੜਾ ਸਾਡਾ ਹਾਰਡ ਵਰਕ ਹੈ ਸਾਨੂੰ ਮਿਲਦਾ ਹੈ ਬਾਅਦ ਵਿੱਚ, ਠੀਕ ਹੈ। ਕਿਤੇ ਨਾ ਕਿਤੇ ਉਹ ਹਾਰਡ ਵਰਕ ਸਾਡੇ ਕੰਮ ਜ਼ਰੂਰ ਆਉਂਦਾ ਹੈ, ਤੇ ਇੱਦਾਂ ਹੀ ਸਕਸੈਸ ਮਿਲਦੀ ਹੈ। ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਐਡੀਟੋਰੀਅਲ ਪੇਜ ਜ਼ਰੂਰ ਪੜ੍ਹਿਆ ਕਰੋ। ਜੇ ਤੁਸੀਂ ਐਡੀਟੋਰੀਅਲ ਪੇਜ ਵਿੱਚ ਇੰਟਰਸਟਿਡ ਨਹੀਂ ਹੋ, ਤਾਂ ਤੁਸੀਂ ਜਿਹੜੇ ਤੁਹਾਨੂੰ ਮਤਲਬ ਅੱਛਾ ਪੇਜ ਜਿਹੜਾ ਲੱਗਦਾ, ਲਾਈਕ ਤੁਸੀਂ ਸਪੋਰਟਸ ਵਿੱਚ ਇੰਟਰਸਟਿਡ ਹੋ, ਉਹ ਜ਼ਰੂਰ ਪੜ੍ਹਿਆ ਕਰੋ, ਤੇ ਉਹਦੇ ਵਿੱਚ ਜਿਹੜੇ ਵਰਡਸ ਆਉਂਦੇ ਆ ਨਾ, ਉਹਨੂੰ ਲਿਖਿਆ ਕਰੋ, ਤੇ ਉਹਦੇ ਉੱਤੇ ਸੈਂਟੈਂਸ ਬਣਾਇਆ ਕਰੋ, ਉਹਨੂੰ ਤੋੜਨ ਦੀ ਕੋਸ਼ਿਸ਼ ਕਰਿਆ ਕਰੋ, ਜਿਵੇਂ ਦਾ ਆਪਾਂ ਇਨੋਵੇਟਿਵ ਵੇ ਯੂਜ਼ ਕੀਤਾ ਹੈ ਵੋਕੈਬ ਨੂੰ ਯਾਦ ਕਰਨ ਦੇ ਲਈ। ਹੁਣ ਵੋਕੈਬ ਆਪਣੀ ਡਿਫਿਕਲਟ ਨਹੀਂ ਰਹੀ, ਕਿਉਂਕਿ ਆਪਣੇ ਕੋਲ ਇੱਕ ਬਹੁਤ ਵਧੀਆ ਵੇ ਹੈ ਇਹਨੂੰ ਲਰਨ ਕਰਨ ਦਾ। ਓਕੇ, ਸ਼ੁਰੂ ਕਰਦੇ ਹਾਂ ਆਪਾਂ ਅੱਜ ਦੇ ਵਰਡਸ। ਉਸ ਤੋਂ ਪਹਿਲਾਂ ਜੇ ਕਿਸੇ ਬੱਚੇ ਨੇ ਸਕਰੀਨਸ਼ਾਟ ਲੈਣਾ ਹੈ ਤਾਂ ਲੈ ਲਿਓ। ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਆਪਣੇ ਨੋਟਸ ਜ਼ਰੂਰ ਬਣਾਇਆ ਕਰੋ, ਤਾਂ ਕਿ ਤੁਹਾਨੂੰ ਯਾਦ ਹੋ ਜਾਵੇ ਜਦੋਂ ਤੁਸੀਂ ਆਪਣੇ ਐਗਜ਼ਾਮ ਤੋਂ ਪਹਿਲਾਂ ਜਾਣਾ ਹੈ, ਤਾਂ ਤੁਸੀਂ ਇੱਕ ਵਾਰੀ ਇਹਨੂੰ ਰਿਵਿਊ ਕਰਕੇ ਜ਼ਰੂਰ ਜਾਇਓ। ਓਕੇ, ਲੈ ਲਿਆ ਸਕਰੀਨਸ਼ਾਟ, ਚਲਦੇ ਹਾਂ ਆਪਾਂ ਆਪਣੇ ਵਰਡਸ ਤੇ। अपना फर्स्ट वर्ड है एंग्विश। ਹੁਣ ਐਂਗविश वर्ड ਨੂੰ ਆਪਾਂ ਕਿੱਦਾਂ ਤੋੜਾਂਗੇ, ਤੁਸੀਂ ਦੱਸੋ। ਐਂਗविश ਦਾ ਮੀਨਿੰਗ ਹੁੰਦਾ ਹੈ ਐਕਸਟ੍ਰੀਮ ਅਨਹੈਪੀਨੈਸ, ਐਕਸਟ੍ਰੀਮ ਅਨਹੈਪੀਨੈਸ, ਠੀਕ ਹੈ। ਹੁਣ ਇਹਨੂੰ ਆਪਾਂ ਯਾਦ ਕਰਨਾ ਹੈ, ਤੇ ਇਹਨੂੰ ਵਰਡ ਨੂੰ ਤੋੜਨਾ ਹੈ, ਠੀਕ ਹੈ। ਜਿਵੇਂ ਆਪਣਾ ਵੇ ਹੈ ਆਪਣਾ, ਆਪਾਂ ਕਿਵੇਂ ਕਰਦੇ ਹਾਂ, ਵਰਡ ਨੂੰ ਤੋੜਦੇ ਨੇ, ਆਪਾਂ ਇਹਨੂੰ ਕਿਵੇਂ ਕਰ ਲਾਂਗੇ, ਐਂਗ ਪਲਸ ਵਿਸ਼। ਹੁਣ ਐਂਗ ਨੂੰ ਐਂਗ ਨਹੀਂ ਲਿਖਣਾ, ਇਹਨੂੰ ਹੈਂਗ ਲਿਖਾਂਗੇ, हैंग प्लस विश। ਹੁਣ ਆਪਾਂ ਇਹਦੇ ਉੱਤੇ ਸੈਂਟੈਂਸ ਬਣਾਉਂਦੇ ਹਾਂ। ਇਫ ਅ ਪਰਸਨ ਵਿਸ਼ to hang, then it shows that he is unhappy। कोई पर्सन उदों ही चाहता है कि मैनू हैंग कर दिता जाए जो वो अनहैप्पी होंदा है। ओके, एक्सट्रीम अनहैप्पीनेस, एंग्विश, क्लियर है। चलिए अपने अगले वर्ड पे। अगला वर्ड है अपना एनोटेट। एनोटेट तुसी प्रोनाउंसिएशन ते भी देखना है भी किवें इनू प्रोनाउंस करना है, ठीक है। हर एक वर्ड नू गूगल ते पा के देखा करो कि किद्दां इनू प्रोनाउंस करना है, ठीक है। इहदा मतलब की हुंदा है टू ऐड ए ब्रीफ एक्सप्लेनेशन, मतलब बहुत विस्तार दे नाल एक्सप्लेन किया होवे किसी चीज़ नू, उन्नू की कहंदे ने एनोटेट। ओके, एनोटेट टू ऐड ए ब्रीफ एक्सप्लेनेशन। आप चलते हैं अपने मतलब इनू आप किवें तोड़ांगे, इनू तोड़न दे लई आप सेंटेंस नू ए प्लस नॉट प्लस ईट ऐदा आप इनू तोड़ दिता है, ठीक है। हुण इहदे उत्ते आप बनाने सेंटेंस ए प्लस नॉट प्लस ईट, ए प्लस नॉट प्लस 8 है ना, 8 नू आप ईट लिख देंगे, ठीक है। उसकी सैकेंड फॉर्म ही होंगी है। हम आप इहदे उत्ते बनाने सेंटेंस, सेंटेंस किवें बनावांगे, if you are writing a note while eating
then you have to explain to your mother. ਹੁਣ ਇਹਦਾ ਮੀਨਿੰਗ ਕੀ ਹੈ? a naught plus 8 ਇਹਦੇ ਤੋਂ ਆਪਾਂ ਸੈਂਟੈਂਸ ਬਣਾਇਆ। ਕੀ ਬਣਾਇਆ ਸੈਂਟੈਂਸ? if you are writing a note while eating then you have to explain to your mother। ਮਤਲਬ ਮੰਨ ਲਓ ਤੁਸੀਂ ਖਾਣਾ ਖਾ ਰਹੇ ਹੋ ਤੇ ਤੁਹਾਡੀ ਮੰਮਾ ਨੇ ਤੁਹਾਨੂੰ ਖਾਣਾ ਦਿੱਤਾ ਆ ਕੇ ਵੀ ਤੁਸੀਂ ਖਾਣਾ ਖਾ ਲਓ, ਠੀਕ ਹੈ, ਤੇ ਤੁਸੀਂ ਰਾਈਟਿੰਗ ਨੋਟ ਕਰ ਰਹੇ ਹੋ, ਤੁਹਾਡੇ ਵਾਸਤੇ ਮਤਲਬ ਕੁਝ ਇੱਕ ਨੋਟ ਲਿਖ ਰਹੇ ਹੋ ਜਿਹੜਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ, ਤਾਂ ਤੁਹਾਡੀ ਮੰਮਾ ਕਹਿਣਗੇ ਜਾਂ ਤਾਂ ਪਹਿਲਾਂ ਖਾਣਾ ਖਾ ਲੈ, ਤੇ ਠੀਕ ਹੈ, ਤੇ ਤੁਹਾਨੂੰ ਮੰਮਾ ਨੂੰ ਐਕਸਪਲੇਨ ਕਰਨਾ ਪਏਗਾ, ਠੀਕ ਹੈ। ਇਹਦਾ ਮਤਲਬ ਕੀ ਹੈ? ਟੂ ਐਡ ਏ ਬਰੀਫ ਐਕਸਪਲੇਨੇਸ਼ਨ, ਮਤਲਬ ਕਿਸੇ ਚੀਜ਼ ਦੀ ਐਕਸਪਲੇਨੇਸ਼ਨ ਦੇਣਾ। ਐਨੋਟੇਟ ਉਹਨੂੰ ਇਹਨੂੰ ਕੀ ਕਹਿੰਦੇ ਆ? ਐਨੋਟੇਟ, ਠੀਕ ਹੈ, ਮਤਲਬ ਕਿਸੇ ਚੀਜ਼ ਦੇ ਉੱਤੇ ਟਿਪ ਨਹੀਂ ਦੇਣਾ। ਹੋ ਗਿਆ ਕਲੀਅਰ ਹੈ ਵਰਡ ਤੁਹਾਨੂੰ? ਚਲਿਏ ਆਪਣੇ ਅਗਲੇ ਵਰਡ ਤੇ ਆਪਾਂ। ਨੈਕਸਟ ਆਪਣਾ ਵਰਡ ਹੈ ਅਨੋਨਿਮਸ। ਹੁਣ ਅਨੋਨਿਮਸ ਕੀ ਹੁੰਦਾ ਹੈ? ਇਹਨੂੰ ਆਪਾਂ ਕਿੱਦਾਂ ਕਰਾਂਗੇ? ਅਨੋਨਿਮਸ ਮਤਲਬ ਹੁੰਦਾ ਹੈ ਅਣਜਾਣ, ਮਤਲਬ ਕੋਈ ਅਣਜਾਣ ਪਰਸਨ ਹੋਵੇ ਜਾਂ ਫਿਰ ਸਮਥਿੰਗ ਡਨ ਬਾय ਅਨਨੋਨ। ਕੋਈ ਚੀਜ਼ ਕਿਸੇ ਅਨਨੋਨ ਪਰਸਨ ਦੁਆਰਾ ਪੂਰੀ ਕੀਤੀ ਜਾਵੇ ਉਹਨੂੰ ਆਪਾਂ ਕੀ ਕਹਿੰਦੇ ਆ? ਅਨੋਨਿਮਸ, ਠੀਕ ਹੈ। ਹੁਣ ਅਨੋਨਿਮਸ ਨੂੰ ਕਰਨ ਦੇ ਵਾਸਤੇ ਆਪਾਂ ਜਿਹੜੀ ਟ੍ਰਿਕ ਯੂਜ਼ ਕਰਦੇ ਹਾਂ, ਆਪਾਂ ਇਹਨੂੰ ਤੋੜਨਾ ਪਲੱਸ, ਠੀਕ ਹੈ, ਇਹਨੂੰ ਆਪਾਂ ਤੋੜਨ ਦੇ ਵਿੱਚ ਆਪਾਂ ਕਿਵੇਂ ਤੋੜਾਂਗੇ? ਆ ਪਲੱਸ ਨੋ ਪਲੱਸ ਨੇਮ। ਆ ਪਲੱਸ ਨੋ ਪਲੱਸ ਨੇਮ। ਹੁਣ ਇਹਦੇ ਉੱਤੇ ਸੈਂਟੈਂਸ ਬਣਾਵਾਂਗੇ। ਇਫ ਯੂ ਨੋ ਅ ਪਰਸਨ, if a person has no name then he will be unknown। ਜਿਹੜੇ ਪਰਸਨ ਦਾ ਕੋਈ ਨਾਮ ਨਾ ਹੋਵੇ ਉਹ ਤੁਹਾਡੇ ਵਾਸਤੇ ਅਨਨੋਨ ਹੈ, ਠੀਕ ਹੈ, ਤਾਂ ਉਹ ਕੀ ਹੈ? ਅਨੋਨਿਮਸ, ਅਣਜਾਣ ਹੈ, ਠੀਕ ਹੈ। ਇੱਥੋਂ ਤੁਹਾਨੂੰ ਯਾਦ ਆ ਜਾਏਗਾ ਅਨਨੋਨ ਕੋਈ ਹੋਏ ਤਾਂ ਉਹਨੂੰ ਕੀ ਕਹਿੰਦੇ ਆ? ਅਨੋਨਿਮਸ। ਕਈ ਵਾਰ ਆਪਾਂ ਕਿਸੇ ਮੀਟਿੰਗ ਵਗੈਰਾ ਦੇ ਵਿੱਚ ਜਾਂਦੇ ਹਾਂ, ਹੈ ਨਾ, ਅਤੇ ਆਪਾਂ ਮਤਲਬ ਬਹੁਤ ਅੱਛਾ ਲੱਗਦਾ ਹੈ ਕਿ ਉੱਥੇ ਜਾ ਕੇ ਆਪਾਂ ਕੁਝ ਅੱਛੀ ਵੋਕੈਬਲਰੀ ਯੂਜ਼ ਕਰੀਏ, ਆਪਣੀ ਸਪੀਕਿੰਗ ਦੇ ਵਿੱਚ ਅੱਛੀ ਵੋਕੈਬਲਰੀ ਯੂਜ਼ ਕਰਦੇ ਹਾਂ, ਇੰਪ੍ਰੈਸਿਵ ਤੁਸੀਂ ਮਤਲਬ ਸਾਊਂਡ ਕਰਦੇ ਹੋ ਉਹਦੇ ਸਾਹਮਣੇ, ਠੀਕ ਹੈ, ਤੁਹਾਨੂੰ ਇੱਕ ਇੰਪ੍ਰੈਸਿਵ ਪਰਸਨ ਸ਼ੋ ਕਰਦਾ, ਤੁਹਾਡੀ ਇਮੇਜ ਅੱਛੀ ਕ੍ਰੀਏਟ ਕਰਦਾ, ਤਾਂ ਇਹੋ ਜਿਹੇ ਵਰਡਸ ਤੁਹਾਨੂੰ ਆਉਣੇ ਬਹੁਤ ਜ਼ਰੂਰੀ ਹੈ। ਓਕੇ, ਤਾਂ ਤੁਸੀਂ ਇਸ ਚੀਜ਼ ਦੇ ਉੱਤੇ ਵੀ ਦੇਖਣਾ ਕਿ ਤੁਹਾਨੂੰ ਮਤਲਬ ਜਿਹੜੀ ਵੋਕੈਬਲਰੀ ਦੇ ਅੱਛੇ ਅੱਛੇ ਵਰਡਸ ਕੁਝ ਜਿਹੜੇ ਡੇਲੀ ਲਾਈਫ ਦੇ ਵਿੱਚ ਯੂਜ਼ ਹੁੰਦੇ ਆ ਉਹ ਜ਼ਰੂਰ ਕਰਨੇ। ਹੁਣ ਇਹ ਆਪਾਂ ਨੂੰ ਆਉਣਗੇ ਕਿੱਦਾਂ? ਜਦੋਂ ਆਪਾਂ ਇਹਨਾਂ ਦੇ ਉੱਤੇ ਸੈਂਟੈਂਸ ਬਣਾਵਾਂਗੇ ਤੇ ਆਪਣੀ ਰੂਟੀਨ ਲਾਈਫ ਦੇ ਵਿੱਚ ਇਸ ਵਰਡਸ ਨੂੰ ਯੂਜ਼ ਕਰਾਂਗੇ। ਜਿਹੜੇ ਸਾਡੇ ਮਤਲਬ ਫਰੈਂਡਸ ਹੁੰਦੇ ਆ ਇਹਨਾਂ ਨੂੰ ਆਪਾਂ ਕਾਲ ਵਗੈਰਾ ਕਰਦੇ ਹਾਂ, ਹੈ ਨਾ, ਤਾਂ ਤੁਸੀਂ ਉਸ ਕਾਲ ਕਰਕੇ ਉਹਨੂੰ ਮਤਲਬ ਰੋਜ਼ ਕੁਛ ਇੱਕ ਦੋ ਵਰਡਸ ਐਵੇਂ ਦੇ ਲਿਆ ਕਰੋ ਜਿਹਨੂੰ ਤੁਸੀਂ ਹਰੇਕ ਨੂੰ ਕਾਲ ਕਰਕੇ ਜਾਂ ਮਤਲਬ ਹਰੇਕ ਪੂਰੇ ਆਪਣੇ ਦਿਨ ਦੇ ਵਿੱਚ ਜਿਹਦੇ ਨਾਲ ਤੁਸੀਂ ਗੱਲ ਕਰਦੇ ਹੋ ਨਾ, ਤੁਸੀਂ ਉਸ ਵਰਡਸ ਨੂੰ ਜ਼ਰੂਰ ਯੂਜ਼ ਕਰੋ, ਠੀਕ ਹੈ। ਆਪਾਂ ਇੱਕ ਮਤਲਬ ਇੱਕ ਦੋ ਤਿੰਨ ਵਰਡਸ ਨੂੰ ਘੱਟੋ ਘੱਟ ਮਤਲਬ ਇੱਕ ਵਰਡ ਨੂੰ ਹੀ ਆਪਾਂ 10 ਵਾਰੀ ਯੂਜ਼ ਕਰ ਲਈਏ ਨਾ, ਉਹ ਵਰਡ ਸਾਨੂੰ ਯਾਦ ਹੋ ਜਾਂਦਾ। ਹੁਣ ਆਪਾਂ ਨੂੰ ਕੋਈ ਚੀਜ਼ ਆਪਾਂ ਦੇਖੀਏ ਕਿ ਆਪਾਂ ਨੂੰ ਅੱਛੇ ਤਰੀਕੇ ਨਾਲ ਯਾਦ ਕਦੋਂ ਹੁੰਦੀ ਹੈ। ਹੁਣ ਮੰਨ ਲਓ ਕੋਈ ਪਰਸਨ ਹੈ ਸਵੇਰੇ ਉੱਠ ਕੇ ਹਰ ਰੋਜ਼ ਪਾਠ ਕਰਦਾ, ਕੋਈ ਆਰਤੀ ਕਰਦਾ, ਕੋਈ ਪਾਠ ਕਰਦਾ, ਹੈ ਨਾ, ਤਾਂ ਤੁਸੀਂ ਦੇਖਿਆ ਹੋਏਗਾ ਕਿ ਉਹ ਚੀਜ਼ ਤੁਹਾਨੂੰ ਯਾਦ ਹੋ ਜਾਂਦੀ ਹੈ, ਮਤਲਬ ਤੁਹਾਡੇ ਮਾਈਂਡ ਦੇ ਵਿੱਚ ਬੈਠ ਜਾਂਦੀ ਉਹ ਚੀਜ਼, ਅਤੇ ਥੋੜ੍ਹੇ ਦਿਨ ਤੁਹਾਨੂੰ ਦੇਖ ਕੇ ਕਰਨਾ ਪੈਂਦਾ, ਉਸ ਤੋਂ ਬਾਅਦ ਤੁਹਾਨੂੰ ਲਰਨ ਹੋ ਜਾਂਦੀ ਉਹ ਚੀਜ਼, ਹੈ ਨਾ। ਇਸੇ ਤਰ੍ਹਾਂ ਇਹ ਵੋਕੈਬਲਰੀ, ਠੀਕ ਹੈ, ਅਤੇ ਵੋਕੈਬਲਰੀ ਅਸੀਂ ਤੁਹਾਨੂੰ ਕਰਵਾਉਂਦੇ ਹਾਂ, ਅਤੇ ਵੀਕ ਦੇ ਵਿੱਚ 3 ਤੋਂ ਲੈ ਕੇ 4 ਸੈਸ਼ਨ ਸਾਡੇ ਆਉਂਦੇ ਆ, ਠੀਕ ਹੈ, ਅਤੇ ਤੁਸੀਂ ਉਸ ਵਰਡਸ ਨੂੰ ਯਾਦ ਕਰੋ, ਉਹਨਾਂ ਦੇ ਨੋਟਸ ਬਣਾਓ, ਅਤੇ ਵੀਕ ਦੇ ਵਿੱਚ ਇੱਕ ਦਿਨ ਰੱਖੋ ਕਿ ਉਹਨੂੰ ਤੁਸੀਂ ਰਿਵਾਈਜ਼ ਜ਼ਰੂਰ ਕਰਨਾ, ਠੀਕ ਹੈ, ਕਿਉਂਕਿ ਰਿਵਾਈਜ਼ ਕਰਨ ਦੇ ਨਾਲ ਹੀ ਸਾਨੂੰ ਵਰਡਸ ਯਾਦ ਰਹਿ ਜਾਣਗੇ। ਓਕੇ, ਚਲਦੇ ਹਾਂ ਅਗਲੇ ਵਰਡ 'ਤੇ। ਅਗਲਾ ਵਰਡ ਕੀ ਹੈ ਆਪਣਾ? ਐਂਟੀਸੀਡੈਂਟ। ਐਂਟੀਸੀਡੈਂਟ ਕੀ ਹੁੰਦਾ ਹੈ? ਸਮਥਿੰਗ which exist before time, ਮਤਲਬ ਜਿਹੜੀ ਪੁਰਾਣੇ ਸਮੇਂ ਤੋਂ ਐਗਜ਼ਿਸਟ ਕਰ ਰਹੀ ਹੋਵੇ, ਪੂਰਵਗਾਮੀ ਹਿੰਦੀ ਦੇ ਵਿੱਚ ਇਹਨੂੰ ਕਹਿੰਦੇ ਆ, ਠੀਕ ਹੈ, ਮਤਲਬ ਜਿਹੜੀ ਚੀਜ਼ ਪੁਰਾਣੇ ਸਮੇਂ ਤੋਂ ਐਗਜ਼ਿਸਟ ਕਰ ਰਹੀ ਹੋਵੇ, ਪੁਰਾਣੀ ਚੀਜ਼ ਹੋਵੇ, ਉਹਨੂੰ ਕੀ ਕਹਿੰਦੇ ਆ? ਐਂਟੀਸੀਡੈਂਟ। ਹੁਣ ਐਂਟੀਸੀਡੈਂਟ ਨੂੰ ਯਾਦ ਕਰਨ ਦੇ ਲਈ ਸਮਥਿੰਗ
ਸਮਥਿੰਗ ਵਿਚ ਐਗਜ਼ਿਸਟ ਬਿਫੋਰ। ਓਕੇ, ਹੁਣ ਇਹਨੂੰ ਆਪਾਂ ਯਾਦ ਕਰਨਾ, ਇਹਨੂੰ ਆਪਾਂ ਕਿਵੇਂ ਕਰਾਂਗੇ? ਹੁਣ ਇਹਦੇ ਵਿੱਚ ਕੀ ਆ ਰਿਹਾ? ਐਂਟੀਸੀਡੈਂਟਿਸਟ, ਇੱਦਾਂ ਯਾਦ ਕਰ ਲਾਂਗੇ। ਇਹਨੂੰ ਆਪਾਂ ਤੋੜਨਾ ਹੁਣ, ਐਂਟੀਸੀਡੈਂਟਿਸਟ। ਹੁਣ ਵਰਡ ਨੂੰ ਤੋੜਨਾ ਨਾ, ਇਹ ਤੁਹਾਡੇ ਦਿਮਾਗ ਦੇ ਵਿੱਚ ਖੁਦ ਸਟ੍ਰਾਈਕ ਕਰਨਾ ਚਾਹੀਦਾ ਹੈ, ਠੀਕ ਹੈ ਨਾ। ਆਪਾਂ ਕਾਫੀ ਵਰਡਸ ਕਰ ਚੁੱਕੇ ਹਾਂ ਅਤੇ ਸਾਡੇ ਦਿਮਾਗ ਦੇ ਵਿੱਚ ਜਦੋਂ ਖੁਦ ਸਟ੍ਰਾਈਕ ਕਰਨ ਲੱਗ ਜਾਂਦਾ ਨਾ, ਖੁਦ ਆਪਾਂ ਜਦੋਂ ਸੈਂਟੈਂਸ ਬਣਾਉਂਦੇ ਹਾਂ ਅਤੇ ਖੁਦ ਤੋੜ ਕੇ ਬਣਾਉਂਦੇ ਹਾਂ, ਉਦੋਂ ਸਾਨੂੰ ਉਹਦਾ ਮੀਨਿੰਗ ਜਲਦੀ ਕਲੀਅਰ ਹੁੰਦਾ, ਠੀਕ ਹੈ। ਹੁਣ ਇਹਦਾ ਆਪਾਂ ਐਂਟੀਸੀਡੈਂਟਿਸਟ, ਇਹਦੇ ਵਾਸਤੇ ਇੱਕ ਸੈਂਟੈਂਸ ਬਣਾਉਂਦੇ ਹਾਂ, एंटीजेसिडेंटिस्ट जो पहले इस हॉस्पिटल में थी, दोबारा नहीं आई। मतलब ਜਿਹੜੀ एक कोई आंटी होनी हॉस्पिटल ਦੇ ਵਿੱਚ ਪਹਿਲਾਂ ਡੈਂਟਿਸਟ ਸੀਗੀ, ਉੱਦਾਂ ਦਾ ਡੈਂਟਿਸਟ ਕੋਈ ਦੁਬਾਰਾ ਨਹੀਂ ਆਇਆ। ਆਪਾਂ ਯਾਦ ਕਰਨ ਦੇ ਵਾਸਤੇ ਇਹਨੂੰ ਸੈਂਟੈਂਸ ਬਣਾਇਆ, ਠੀਕ ਹੈ। ਸਮਥਿੰਗ ਵਿਚ ਐਗਜ਼ਿਸਟ ਬਿਫੋਰ। आई थिंक याद हो गया होएगा ਤੁਹਾਨੂੰ। चलते हैं आप अगले वर्ड पे। अगला अपना वर्ड है अपैथी। हुण इहदा मीनिंग की हुंदा है? लैक ऑफ इंटरस्ट या फिर एंथुसियाज्म, ठीक है। जिस चीज़ के साडा इंटरस्ट ना होवे, ठीक है, उन्होंने की कहते हैं अपैथी। मतलब किसी चीज़ के इंटरस्ट ना शो करना, ठीक है। और इनू याद करना, इनू आप पता किवें तोड़ांगे? आ प्लस सिंपथी। सिंपथी की हुंदी है? किसी वास्ते आप सिंपथी शो करते हैं जो, मतलब लाइक अपनी फीलिंग शो करते हैं, उन्होंने थोड़ी सिंपथी दिखाने, है ना। तो वो चीज़ इनू आप इदा तोड़ांगे। हुण वैसे भी अपैथी के अगे जो जिस वर्ड के अगे ए लग जाता है ना, वो हमेशा ओपोजिट साउंड करता है। की साउंड करता है? ओपोजिट, ठीक है। हुण ये सिंपथी का ओपोजिट ही होएगा, ठीक है ना, अपैथी। तो इनू आप याद करने के लिए ये ते सेंटेंस बनाना है, ठीक है। मतलब राम इज शोइंग सिंपथी फॉर गीता विदाउट इंटरस्ट। मतलब राम को कोई इंटरस्ट नहीं है, फिर भी वो गीता को सिंपथी शो कर रहा है किसी तरह विदाउट इंटरस्ट, ठीक है। इतों ही तुहानूं विदाउट इंटरस्ट तो याद आ जाएगा लैक ऑफ इंटरस्ट या फिर एंथुसियाज्म, ठीक है। अपैथी हो गया लर्न। नेक्स्ट अपना वर्ड है अपैलिंग। अपैलिंग हम जो अपैलिंग है, इसका मीनिंग की होंगे? वैरी बैड या फिर शॉकिंग। वैरी बैड और शॉकिंग, जोड़ा तुहाडे वास्ते शॉकिंग होवे, ठीक है, अपैथी उसका मीनिंग है। अपैलिंग, ठीक है। हुण आपां अपैलिंग दे विच डबल पी आंदा है। वर्ड्स के उत्ते जरूर ध्यान रखना है। अपैलिंग, अपैलिंग EPPALLING, अपैलिंग। अपैलिंग का मीनिंग की होंगे? वैरी बैड और शॉकिंग, ठीक है। हुण अपैलिंग की है? अपीलिंग की तरह साउंड कर रहा है, ना, अपीलिंग की तरह साउंड। किसी को अपील करना या फिर मतलब रिक्वेस्ट करना, उन्होंने कह सकते हैं आप अपीलिंग। हुण आप इहदे ते सेंटेंस बनाने हैं। इफ अ घोस्ट इज ट्राइंग टू किल यू, then you appeal, then you start appealing, ठीक है। मतलब अगर घोस्ट तुहानूं कोई मारन की कोशिश करे तो तुसीं उहदे अगे अपील करनी शुरू कर देंदे हो। घोस्ट तो ही तुहानूं याद आ जाएगा कि तुसीं एक शॉक भी हो जाओगे उस चीज़ तो, है ना, जो उत्थे मतलब कोई घोस्ट आएगा तुहाडे सामने, ठीक है। यू स्टार्ट अपीलिंग। इफ ए घोस्ट इज ट्राइंग टू किल यू, यू शॉक्ड एंड यू स्टार्ट अपीलिंग। ऐदा तुसीं सेंटेंस बना के, ठीक है, इनू याद करना, वैरी बैड और शॉकिंग।
अपैलिंग जो ही वर्ड आएगा तुहानू याद आ जाएगा अपीलिंग वर्ड की तरह साउंड कर रहा है। अपीलिंग कदों असीं अपील किया सी, जो सानू एक गोस्ट दिख गया सी ते असीं बहुत ज़्यादा शॉक हो चुके सी उस टाइम ते, तो फिर उत्थे तुहानू याद आ जाएगा अपैलिंग का मीनिंग की है शॉक। ईजी ना। इसी तरह तुसीं याद करना है। हुण आपां चलदे अपने अगले वर्ड ते। अगला अपना वर्ड की है अपीजमेंट। अपीजमेंट का मीनिंग की हुंदा है? अपीजमेंट का मीनिंग हुंदा है एक्ट ऑफ गिविंग एडवांटेज टू वन पार्टी। एक्ट ऑफ गिविंग एडवांटेज टू वन पार्टी, अपीजमेंट। मतलब बाइस साउंड करना, बाइस्ड कोई परसन हो जाए, मतलब एक पार्टी के नाल रहना भी पर दूसरी पार्टी को एडवांटेज भी शो करना, लाइक है ना, जिमें कोई परसन डबल बिहेव करे, लाइक तुहाडे नाल होके तुहाडे वल दी गल ना करे, किसी मतलब तुहाडे सामने तुहाडा ते किसी होर दे सामने दूसरा, तो उनके मतलब की होंदा अपीजमेंट। हुण आपां इहनूं याद करना है, इन्हूं तोड़ दांगे आ प्लस पेमेंट अपीजमेंट, अ परसन प्लस पेमेंट एवें कर लैंदे आ। हुण इहनूं आपां याद करना है। याद करन दे लई आपां इहदे उत्ते सेंटेंस बनावांगे। He is acting of, a person is acting of giving advantage to one other party because he had a peace payment from them। मतलब उस परसन नूं दूजी पार्टी तो पैसे मिले आ, इस करके वो उन्हां दे वल होण दी मतलब एक्टिंग ऑफ उन्होंने एडवांटेज देने की एक्टिंग कर रहे। ओके, अपीजमेंट, एक्टिंग ऑफ गिविंग एडवांटेज टू वन पार्टी। आई थिंक क्लीयर है। चलने अगले वर्ड पे। अगला वर्ड की अपना आर्चीव्स, इंपॉर्टेंट वर्ड है, एग्जाम्स दे विच दिखदा जरूर है वाला वर्ड आर्चीव्स। आर्चीव्स दी स्पेलिंग सही है। आर्चीव्स की होंदा है, मतलब आर्चीव्स का मतलब होंदा है अ प्लेस वेयर हिस्टोरिकल रिकॉर्ड्स आर कैप्ट। अ प्लेस जिथे हिस्टोरिकल रिकॉर्ड्स रखे जाते हैं उन्होंने की कहते हैं आर्चीव्स। ठीक है, हुण आपां मतलब इतिहासिक स्थान जिमें मोन्यूमेंट्स बना दिते जाते, लाइक मतलब उस चीज़ के अंदर उन्होंने आपां कहने आर्चीव्स जिथे इतिहासिक चीज़ां स्टोर कीतियां जांदियां ने। ठीक है, हिस्टोरिकल रिकॉर्ड्स रखे जाते हैं। ठीक है, हुण आपां इहनूं याद करना है, आ प्लस आर्चीव्स कोई थीव्स की तरह साउंड कर रहा है। थीव्स, अ थीव मतलब चोर। अ थीव सेंटेंस बनाने, अ थीव is trying to steal historical records। चोर है, हिस्टोरिकल रिकॉर्ड्स नू चोरी करने की कोशिश कर रहा है। ठीक है, आर्चीव्स अ प्लेस वेयर हिस्टोरिकल रिकॉर्ड्स आर कैप्ट। ठीक है, क्लियर है। चलिए अगले वर्ड्स पे। अगला वर्ड की है अपना आर्गुमेंटेटिव। आर्गुमेंटेटिव, a person who often argues। जिहड़ा परसन थोड़ी थोड़ी गल ते लड़ाई झगड़ा करने दे विच तैयार रहंदा उन्होंने की कहंदे ने आर्गूमेंटेटिव। ठीक है,
ਜਿਹੜਾ ਪਰਸਨ ਹੈ ਹਮੇ ਮਤਲਬ ਓਫਨ OFE ਓਫਨ ਆਰਗੂਸ ਮਤਲਬ ਲੜਾਈ ਝਗੜਾ ਕਰਦਾ ਰਹਿੰਦਾ ਉਹਨੂੰ ਕੀ ਕਹਿੰਦੇ ਨੇ ਆਰਗੂਮੈਂਟੇਟਿਵ ਬਹਿਸ ਕਰਦਾ ਰਹਿੰਦਾ ਠੀਕ ਹੈ ਰੈਡੀ ਟੂ ਆਰਗੂ ਅ ਪਰਸਨ ਹੂ ਓਫਨ ਰੈਡੀ ਟੂ ਆਰਗੂ ਮਤਲਬ ਲੜਾਈ ਕਰਨ ਲਈ ਹਮੇਸ਼ਾ ਤਿਆਰ ਉਹਨੂੰ ਕੀ ਕਹਿੰਦੇ ਆ ਆਰਗੂਮੈਂਟੇਟਿਵ ਹੁੰਦੇ ਆ ਨਾ ਐਵੇਂ ਦੇ ਪਰਸਨਸ ਹੁਣ ਆਪਾਂ ਇਹਨੂੰ ਯਾਦ ਕਰਨਾ ਇਹਨੂੰ ਆਪਾਂ ਕਿਵੇਂ ਕਰਾਂਗੇ ਆਰਗੂ ਦੇ ਵਿੱਚ ਹੀ ਦਾ ਸੈਂਟੈਂਸ ਹੀ ਬਣਾਉਂਦੇ ਆ ਚਾਈਲਡ ਆਫ ਸ਼ਰਮਾ ਜੀ is intelligent but argumentative ਆਰਗੂਮੈਂਟ ਤੋਂ ਮੈਂ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਵਰਡ ਕਰਾਇਆ ਹੋਇਆ ਆਰਗੂਮੈਂਟ ਬਟ ਆਰਗੂਮੈਂਟੇਟਿਵ ਸ਼ਰਮਾ ਜੀ ਦਾ ਜਿਹੜਾ ਲੜਕਾ ਹੈ ਉਹ ਇੰਟੈਲੀਜੈਂਟ ਤਾਂ ਹੈ ਪਰ ਆਰਗੂਮੈਂਟੇਟਿਵ ਹੈ ਹਮੇਸ਼ਾ ਲੜਾਈ ਝਗੜਾ ਕਰਨ ਦੇ ਲਈ ਤਿਆਰ ਰਹਿੰਦਾ ਹੈ ਚਲਦੇ ਹਾਂ ਅਗਲੇ ਵਰਡ ਤੇ ਅਗਲਾ ਵਰਡ ਹੈ ਆਰਟੀਕੂਲੇਟ मैं ट्रिकी सीधा बोलती आर्टिकुलेट प्रोनाउंसिएशन आर्टिकुलेट ठीक है हुण इहदा मतलब की होंदा है अ गुड ओरेटर कौन होंदा है जिहड़ा किसी चीज़ नूं बहुत अच्छी तरीके नाल एक्सप्लेन कर पांदा है एक अच्छा वक्ता जिहनूं कहंदे हैं ठीक है हुण आर्टिकुलेट इहदा वास्ते आपां की करांगे आर्टिक्यूलेट मतलब क्यों हिंदी का वर्ड क्यों लेट ठीक है हुण आप कहांगे आरती क्यों लेट हुई इसे उसे एक्सप्लेन करना पड़ेगा मतलब आरती कुड़ी नूं कह रहे कि जे तू तेनों एक्सप्लेन करना पेगा तू लेट क्यों हुई एक्सप्लेन ताई करेगी जो गुड ओरेटर होएगी ठीक है गुड एक्सप्लेनेशन देन जोगी होएगी ताई वो की होएगी गुड ओरेटर होएगी तो एक्सप्लेन करेगी आर्टिकुलेट अ गुड ओरेटर चलते हैं अगले वर्ड पे अगला अपना वर्ड है एस्थेटिसिज्म एस्थेटिसिज्म मीनिंग की होंदा है संन्यास लेना मतलब सन्यासी हो जाना ठीक है हुण इन्हूं इंग्लिश की कहंदे हैं रिलीजियस बिलीफ एंड अवॉइडेंस ऑफ लाइफ ऑफ प्लेजर एस्थेटिसिज्म किहनूं कहंदे हैं जिहड़ा मतलब सन्यासी वर्ड जिहड़ा हुंदा है रिलीजियस बिलीफ एंड अवॉइडेंस ऑफ लाइफ ऑफ प्लेजर ठीक है जिहड़ा सन्यासी व्यक्ति हुंदा है ठीक है हर मोह माया नूं त्याग दिंदा है मतलब प्लेजर कुछ लाइफ च खुशी वगैरह नहीं चाहिए मतलब सन्यासी बन जाता है ठीक है तो वो की हुंदा है एस्थेटिसिज्म ठीक है हुण इहनूं आपां याद करना है इहनूं याद करन दे लई की करांगे इहनूं तोड़ांगे वर्ड नूं किवें तोड़ना है हुण इह किद्दां साउंड कर रहा है ऐसे तो सिस मतलब सिस्टर कई लोग सिस्टर नूं सिस कहते हैं ना ऐसे तो सिस विच वर्ड नूं देखना है अपनी इमेज बनानी है तो उन्होंने तोड़ना है ऐसे तो सिस नाराज़ हो जाएगी आप लिख ही देने ऐसे तो सिस नाराज़ हो जाएगी अगर मैं सन्यासी बन गया अगर मैं सन्यासी बन गया जिद्दां ही वर्ड आया उन्होंने तोड़िया उनकी ट्रिक याद आई उनके सेंटेंस याद आया सन्यासी उदा ही मीनिंग याद आया रिलीजियस बिलीफ एंड अवॉइडेंस ऑफ लाइफ सिंपल चलिए अगले वर्ड पे अगला वर्ड है असॉल्ट और असॉल्ट का मीनिंग की होंदा है अ वायलेंट अटैक मतलब मारपीट करना किसी नाल ओके
ਹੁਣ ਇਹਨੂੰ याद करना वायलेंट अटैक असोल्ट वायलेंट अटैक ਹੁੰਦਾ ਹੈ। ਹੁਣ ਇਹਨੂੰ ਆਪਾਂ ਕੀ ਕਰਨਾ ਹੈ, ਇਹਨੂੰ ਆਪਾਂ वर्ड ਦੇ ਵਿੱਚ ਤੋੜਨਾ ਹੈ। ਕਿਵੇਂ ਤੋੜਾਂਗੇ? ठीक है, ਇਹਨੂੰ ਆਪਾਂ ਕਿਵੇਂ ਤੋੜਨਾ ਹੈ? ऐसे प्लस उल्टा। ठीक है, ਹੁਣ ਆਪਾਂ ਕਿਵੇਂ ਕਰਾਂਗੇ? ਇਹਦੇ ਤੇ सेंटेंस बनाने हैं। सेंटेंस कितना बनाना है? उन्होंने ऐसे उल्टा लटका के पीटा है। उन्होंने ऐसे मुझे उल्टा लटका के पीटा है। ਉੱਥੇ याद आ जाएगा भी उल्टा लटका के कुटिया सी, तो उत्थे याद आ जाएगा मारपीट करना या फिर वायलेंट अटैक। ठीक है, चलिए अगले वर्ड पे। अगला अपना वर्ड है एसिड। ਹੁਣ ਐਸਿਡਸ ਕੀ ਹੁੰਦੇ ਆ? ਜਿਹੜੀ ਆਪਣੀਆਂ ਵੈਲਿਊਏਬਲਸ ਥਿੰਗਸ ਹੁੰਦੀਆਂ ਨੇ, ਵੈਲਿਊਏਬਲਸ। ਠੀਕ ਹੈ, ਜਿਹੜੀ ਆਪਣੀਆਂ ਵੈਲਿਊਏਬਲਸ ਥਿੰਗਸ ਹੁੰਦੀਆਂ ਨੇ। ਠੀਕ ਹੈ, ठीक है। एसिड, एसिड ਨੂੰ ਹੁਣ ਤੋੜਨਾ ਹੈ। ਕਿੱਦਾਂ ਤੋੜਨਾ ਹੈ? ਵੈਲਿਊਏਬਲ, ਇੱਥੇ ਇਹ ਆਏਗਾ ਵੈਲਿਊਏਬਲਸ ਥਿੰਗਸ। ਠੀਕ ਹੈ, ਹੁਣ ਇਹਦੀ ਟ੍ਰਿਕ ਬਣਾਉਣੀ ਹੈ। ਟ੍ਰਿਕ ਬਣਾਉਣ ਦੇ ਲਈ ਕਿਵੇਂ ਕਰਾਂਗੇ? ਕਿਵੇਂ ਇਹਨੂੰ ਤੋੜਦੇ ਆ? ਆ ਪਲਸ ਐਸ ਪਲਸ ਸੈਟ। ਐਵੇਂ ਹੀ ਹੈ ਨਾ ਐਸਿਡ ਦੀ ਸਪੈਲਿੰਗ, ਆ ਪਲਸ ਐਸ ਪਲਸ ਸੈਟ। ਐਸ ਨੂੰ ਆਪਾਂ ਕੀ ਲਵਾਂਗੇ? ਸੁਪਰਮੈਨ। ਤੇ ਇਹਦੀ ਟ੍ਰਿਕ ਬਣਾਉਂਦੇ ਆ ਸੁਪਰਮੈਨ ਲਾਈਫ ਆਫ Superman is set because he has many valuable things। सुपरमैन की लाइफ सैट है क्योंकि उनके कोल वैल्यूएबल थिंग्स ने या फिर उनके कोल एसिड्स ने। उत्थों ही याद आ जाएगा एसिड का मीनिंग की होंदा है? वैल्यूएबल। या ठीक है, चलिए अगले वर्ड पे। अगला अपना वर्ड है एट्रोसिटीज। एट्रोसिटीज का मतलब की होंदा है? क्रुएलिटी, क्रुएलिटी। ठीक है, मतलब क्रूएल होना या क्रूएल ही कर लो। ठीक है, एट्रोसिटी का मतलब की होंदा है? क्रूएल। ठीक है, या फिर वायलेंट भी कह सकते हैं आप, वायलेंट एक्ट। हम इनू आप तोड़ते हैं अत्रो प्लस सिटी। अत्रो किसी नाम के नाल आप साउंड कर लेने। अत्रो, अत्रो की सिटी में बहुत क्रुएलिटी है। ठीक है, मतलब बहुत ज़्यादा उत्थे कुटमार है या फिर क्रुएलिटी है, जुलम बहुत है उत्थे। जुलम कहने हैं ਇਹਦਾ मतलब प्योर अगर मीनिंग आप देखा जाए तो ਇਹਦਾ मीनिंग की होंदा है? जुलम। ठीक है, चलते अगले वर्ड पे। अगला अपना वर्ड है अटेन्यूएट। ਹੁਣ अटेन्यूएट का मीनिंग की होंदा है? अटेन्यूएट का मीनिंग होंदा है बिकम वीकर इन स्ट्रेंथ। मतलब वीक हो जाना किसी का, उनका मीनिंग की होंदा है अटेन्यूएट, किसी चीज़ का वीक हो जाना। हुण आपां इहनूं याद करना है। इहनूं की करांगे? ए प्लस 10 प्लस 8। ऐदा इहनूं तोड़ दिता। हुण इहदे उत्ते बनाने सेंटेंस। इफ यू स्टार्ट ईटिंग ड्रग्स at the age of 10, then you will become weaker in strength, weaker in strength। मतलब 10 साल की उम्र के भी जे तुसी ड्रग्स यूज़ कर ले तो तुसी स्ट्रेंथ के विच वीक हो जाओगे। ऐदा ही तुहानूं याद आ जाएगा वीकर इन स्ट्रेंथ मतलब अटेन्यूएट। ओके, चलो अगले वर्ड पे।
अगला अपना वर्ड है अगस्त। अगस्त मतलब की होंदा है इंपॉर्टेंट, मतलब कोई चीज़ का इंपॉर्टेंट होना, ठीक है, उन्होंने की कहते हैं अगस्त या फिर मैजेस्टिक। वैसे तो इनू याद करने की कोई लोड़ नहीं, 15 अगस्त नाल इनू रिलेट कर सकते हैं। 15 अगस्त एक इंपॉर्टेंट डे होंदा साडे लिए, ठीक है, तो उत्थे ही तुहानू याद आ जाएगा अगस्त का मतलब की होंदा है महत्वपूर्ण, इंपॉर्टेंट। ओके, इत्थों ही याद हो जाएगा। लिख दें फिर भी आप 15 अगस्त सेलिब्रेशन एट रेड फोर्ट इज़ मैजेस्टिक या फिर इंपॉर्टेंट। ओके, हो गया लर्न। ये सी अपने वर्ड्स जो कुछ आप अज के सैशन के कीते। हुण तुसीं इन्हां वर्ड्स के उत्ते सेंटेंस बना के मैनू कमेंट बॉक्स के देने हैं, तो मैं चैक करांगी तुहाडी सेंटेंस फॉर्मेशन किद्दां दी है, ठीक है। एडिटोरियल पेज जरूर करना है, तो ठीक है, आप अगले वर्ड्स जिहड़े करांगे अपने नैक्सट सैशन के, ठीक है। मिलते हैं अगले सैशन के। थैंक यू।